ਕੋਵਿਡ-19 ਦੇ ਦੌਰਾਨ ਜਿੱਥੇ ਇੱਕ ਪਾਸੇ ਹੋਰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਭਾਈਚਾਰਿਆਂ ਨੂੰ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਨਸਲੀ ਭੇਦਭਾਵ ਤੇ ਨਸਲੀ ਟਿੱਪਣੀਆਂ ਦੇ ਮਾਮਲੇ ਵੀ ਕਾਫੀ ਜ਼ਿਆਦਾ ਸਾਹਮਣੇ ਆਏ ਜੋ ਕਿ ਇੱਕ ਖਾਸ ਭਾਈਚਾਰੇ ਨੂੰ ਇਸ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ। ਇਸ ਦੇ ਉੱਤੇ ਲਗਾਤਾਰ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸੇ ਨੂੰ ਵੀ ਨਸਲੀ ਭੇਦਭਾਵ ਦੇ ਵਿੱਚੋਂ ਨਾ ਲੰਘਣਾ ਪਵੇ ਤੇ ਇਸੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਤਾਜ਼ਾ ਜੋ ਐਲਾਨ ਕੀਤੇ ਨੇ ਉਸ ਦੇ ਬਾਰੇ ਐਮਐਲਏ ਰਚਨਾ ਸਿੰਘ ਦੇ ਵੱਲੋਂ ਪੀਐਨਸੀਐਨ ਦੇ ਉੱਤੇ ਖਾਸ ਜਾਣਕਾਰੀ ਦਿੱਤੀ ਗਈ। ਕਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਰੇਸਿਜ਼ਮ ਨੂੰ ਲੈ ਕੇ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਜਦੋਂ ਤੋਂ ਕੋਵਿਡ-19 ਸ਼ੁਰੂ ਹੋਇਆ ਉਦੋਂ ਤੋਂ ਮਾਮਲਿਆਂ ਦੀ ਗਿਣਤੀ ਵੀ ਹੋਰ ਤਰੀਕੇ ਨਾਲ ਵਧੀ ਹੈ। ਇੱਕ ਪਾਰਟਿਕੂਲਰ ਭਾਈਚਾਰੇ ਨੂੰ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ। ਜਿਵੇਂ ਹੁਣ ਸਿਰਫ ਇਹੀ ਨਹੀਂ, ਫੰਡਿੰਗ ਜਿਹੜੀ ਜਾਰੀ ਹੋਈ ਹੈ, ਪਹਿਲਾਂ ਵੀ ਕਈ ਉਪਰਾਲੇ ਕੀਤੇ ਗਏ ਨੇ, ਪ੍ਰੋਗਰਾਮਸ ਵੀ ਸ਼ੁਰੂ ਕੀਤੇ ਜਾ ਰਹੇ ਨੇ। ਉਹ ਤੁਹਾਨੂੰ ਲੱਗਦਾ ਕਿ ਉਹ ਹੈਲਪਫੁਲ ਸਾਬਤ ਹੋ ਰਹੇ ਨੇ? ਜੀ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਰੇਸਿਜ਼ਮ ਦੀ ਗੱਲ ਹੈ, ਰੇਸਿਜ਼ਮ ਕੋਈ ਅੱਜ ਦੀ ਗੱਲ ਨਹੀਂ ਹੈਗੀ ਹੈ ਪਰਨੀਤ। ਇਟ ਹੈਜ਼ ਆਲਵੇਜ਼ ਐਗਜ਼ਿਸਟਡ ਇਨ ਕੈਨੇਡਾ। ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ ਕਿਉਂਕਿ ਕੈਨੇਡਾ 'ਚ ਸਾਡੇ ਲੋਕਾਂ ਨੇ ਅਸੀਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਔਰ ਬੇਸ਼ੱਕ ਤੁਸੀਂ ਲੈਜਿਸਲੇਚਰ 'ਚ ਦੇਖੋ, ਤੁਸੀਂ ਪੋਲੀਟਿਕਸ ਦੇਖੋ, ਬਿਜ਼ਨਸ ਦੇਖੋ, ਸੋਸ਼ਲ ਸਰਵਿਸਿਜ਼ 'ਚ ਦੇਖੋ, ਵੀ ਹੈਵ ਮੇਡ ਰੀਅਲੀ ਗੁੱਡ ਅਕੰਪਲਿਸ਼ਮੈਂਟਸ। ਤੇ ਉਹਦੇ ਕਰਕੇ ਕਈ ਵਾਰ ਸਾਨੂੰ ਇਹ ਲੱਗਦਾ ਕਿਉਂਕਿ ਸਾਡੇ ਆਸ-ਪਾਸ ਨਹੀਂ ਹੋ ਰਿਹਾ, ਸਾਨੂੰ ਲੱਗਦਾ ਕਿ ਰੇਸਿਜ਼ਮ ਡਸ ਨਾਟ ਐਗਜ਼ਿਸਟ। ਜਦਕਿ ਕੈਨੇਡਾ ਦੀ ਬਹੁਤ ਜ਼ਿਆਦਾ ਹਿਸਟਰੀ ਰਹੀ ਹੈ ਰੇਸਿਜ਼ਮ ਦੀ। ਇਟਸ ਅ ਕੋਲੋਨਾਈਜ਼ ਹੋਇਆ ਸੀਗਾ ਕੈਨੇਡਾ। ਫਿਰ ਜਿਹੜੇ ਇੰਡੀਜਨਸ ਭਾਈਚਾਰਾ ਉਹ ਤਾਂ ਸਦੀਆਂ ਤੋਂ ਰੇਸਿਜ਼ਮ ਹੰਢਾ ਰਿਹਾ। ਤੁਸੀਂ ਕੋਵਿਡ-19 ਦੀ ਗੱਲ ਕੀਤੀ, ਜਦ ਵੀ ਕੋਈ ਜਦ ਮੈਂ ਕਹੂੰਗੀ ਕਿ ਕੋਈ ਕ੍ਰਾਈਸਿਸ ਆਉਂਦਾ ਹੈ, ਰੇਸਿਜ਼ਮ ਦੀਆਂ ਘਟਨਾਵਾਂ ਵਿੱਚ ਹਮੇਸ਼ਾ ਉਦੋਂ ਵਾਧਾ ਹੋਏਗਾ। ਤੇ ਤੁਸੀਂ ਜਾਣਦੇ ਹੀ ਹੋ ਕਿ ਏਸ਼ੀਅਨ ਭਾਈਚਾਰੇ ਨੇ ਬਹੁਤ ਜ਼ਿਆਦਾ ਹੰਢਾਇਆ ਕੋਵਿਡ ਵਿੱਚ। ਪਰ ਇਹ ਸਿਰਫ ਇੱਕ ਅੱਜ ਏਸ਼ੀਅਨ ਭਾਈਚਾਰਾ ਹੈ, ਕੱਲ ਨੂੰ ਕੋਈ ਹੋਰ ਘਟਨਾ ਵਾਪਰੇਗੀ, ਕੋਈ ਹੋਰ ਭਾਈਚਾਰਾ ਹੋਏਗਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਰੇਸਿਜ਼ਮ ਨੂੰ ਪਛਾਣੀਏ ਤੇ ਉਹਨੂੰ ਐਡਰੈਸ ਕੀਤਾ ਜਾਵੇ। ਤੁਹਾਡਾ ਜਿਹੜਾ ਅਗਲਾ ਸਵਾਲ ਹੈਗਾ ਅਬਾਊਟ ਦ ਫੰਡਿੰਗ, ਇਟਸ ਵੈਰੀ ਇੰਪੋਰਟੈਂਟ ਕਿ ਗਵਰਨਮੈਂਟਸ ਇਸ ਚੀਜ਼ ਨੂੰ ਸੀਰੀਅਸਲੀ ਲੈਣ। ਤੇ ਮੈਨੂੰ ਬਹੁਤ ਮਾਣ ਹੈ ਉਸ ਗਵਰਨਮੈਂਟ ਦਾ ਪਾਰਟ ਹੋਣ ਦਾ ਕਿ ਵਿਚ ਇਜ਼ ਟੇਕਿੰਗ ਰੇਸਿਜ਼ਮ ਵੈਰੀ ਸੀਰੀਅਸਲੀ, ਜਿਹੜੀ ਐਕਨੋਲੇਜ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਉਹ ਕਹਿੰਦੀ ਹੈ ਕਿ ਕੈਨੇਡਾ ਵਿੱਚ ਰੇਸਿਜ਼ਮ ਹੁੰਦਾ, ਉਹ ਵੀ ਸਿਸਟੈਮਿਕ ਰੇਸਿਜ਼ਮ ਹੁੰਦਾ, ਜਿਹੜਾ ਕਿ ਨੰਗਾ ਚਿੱਟਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਪਰ ਜਿਹੜਾ ਕਿ ਸਿਸਟਮ 'ਚ ਵੜਿਆ ਹੋਇਆ। ਬੇਸ਼ੱਕ ਉਹ ਲੋਕੀ ਜਿਹੜੇ ਜੌਬਸ ਅਪਲਾਈ ਕਰਦੇ, ਦੇ ਕੈਨ ਬੀ ਪੀਪਲ ਆਫ ਕਲਰ, ਦੇ ਕੈਨ ਬੀ ਬਲੈਕ ਪੀਪਲ, ਇੰਡੀਜਨਸ ਪੀਪਲ, ਕਿੰਨੇ ਕੁ ਲੋਕਾਂ ਨੂੰ ਹੋਰ ਜੌਬਾਂ ਮਿਲਦੀਆਂ। ਵੱਡੇ ਅਦਾਰੇ ਤੁਸੀਂ ਦੇਖਦੇ ਹੋ ਕਿੰਨੇ ਕਿ ਤੁਹਾਡੀ ਉਹਨਾਂ ਦੀ ਸ਼ਮੂਲੀਅਤ ਹੈਗੀ ਹੈ ਉਹਨਾਂ ਅਦਾਰਿਆਂ 'ਚ। ਬੇਸ਼ੱਕ ਉਹ ਬੋਰਡਸ ਹੈਗੇ ਆ ਜਾਂ ਵੱਡੀਆਂ ਆਰਗੇਨਾਈਜੇਸ਼ਨਸ ਹੈ, ਕੌਣ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਆਰਗੇਨਾਈਜੇਸ਼ਨਸ ਨੂੰ। ਸੋ ਥੀਸ ਆਰ ਦ ਥਿੰਗਸ ਦੈਟ ਵੀ ਆਲ ਨੀਡ ਟੂ ਅੰਡਰਸਟੈਂਡ। ਤੇ ਜਿਹੜੀ ਹੁਣ ਫੰਡਿੰਗ ਹੈ, ਜਿਹੜੀ ਰੈਜ਼ੀਲੀਅੰਸ ਫੰਡਿੰਗ ਜਿਹੜੀ ਗੱਲ ਹੈ, ਰੇਸਿਜ਼ਮ ਹਰ ਕਮਿਊਨਿਟੀ ਵਿੱਚ ਡਿਫਰੈਂਟ ਤਰੀਕੇ ਨਾਲ ਨਜ਼ਰ ਆਏਗਾ। ਹੁਣ ਜਿਵੇਂ ਅਸੀਂ ਵੈਂਕੂਵਰ 'ਚ ਰਹਿੰਦੇ ਹਾਂ, ਸਰੀ ਵਿੱਚ ਰਹਿ ਰਹੇ ਹਾਂ, ਬਹੁਤ ਹੀ ਮਲਟੀਕਲਚਰਲ ਸਾਨੂੰ ਨਜ਼ਰ ਆਉਂਦੇ ਹੈ ਕਿਉਂਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ। ਪੀਪਲ ਆਫ ਕਲਰ ਆਰ ਬਿਗ ਨੰਬਰ ਦੇਅਰ, ਇੰਡੀਜਨਸ ਲੋਕੀ ਜਾਂ ਬਲੈਕ ਲੋਕੀ ਬਹੁਤ ਤਾਦਾਦ ਵਿੱਚ ਇੱਥੇ ਹੈਗੇ। ਤੇ ਕਈ ਵਾਰ ਸਾਨੂੰ ਲੱਗਦਾ ਕਿ ਨੋ, ਦ ਰੇਸਿਜ਼ਮ ਇਜ਼ ਨਾਟ ਕੋਈ ਨੰਗਾ ਚਿੱਟਾ ਰੇਸਿਜ਼ਮ ਨਹੀਂ ਅਸੀਂ ਹੰਢਾ ਰਹੇ ਕਿ ਮੈਂ ਸੜਕ ਤੇ ਜਾ ਰਹੀ ਹਾਂ, ਕੋਈ ਮੈਨੂੰ ਕੋਈ ਗਾਲ, ਬਹੁਤ ਰੇਅਰ ਹੋਏਗਾ ਕਿ ਕੋਈ ਕੱਢੇਗਾ ਜਾਂ ਮੇਰੇ ਨਾਲ ਕੋਈ ਬਦਤਮੀਜ਼ੀ ਕਰੇਗਾ ਜਿਹੜਾ ਕਿ 60ਵਾਂ ਜਾਂ 70ਵੇਂ ਦਹਾਕੇ ਵਿੱਚ ਸਾਡੇ ਬਜ਼ੁਰਗਾਂ ਨੇ ਹੰਢਾਇਆ। ਸੋ ਯੂ ਹੈਵ ਟੂ ਸੀ ਕਿ what is the need of the community। ਉਸੇ ਕਮਿਊਨਿਟੀ ਦੀ ਨੀਡ ਨੂੰ ਦੇਖ ਕੇ ਇਹ ਜਿਹੜੀ ਫੰਡਿੰਗ ਹੈ ਅਲਾਟ ਕੀਤੀ ਗਈ ਹੈ। ਤੇ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਉਸ ਫੰਡਿੰਗ ਨੂੰ ਆਪਣੇ ਜਿਹੜੇ ਉਹਨਾਂ ਦੇ ਉਪਰਾਲੇ ਹੈ ਜਿਹੜੇ ਉਹ ਪਹਿਲਾਂ ਤੋਂ ਕਰ ਰਹੇ ਹਨ। ਕਈ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਨਵੀਆਂ ਇਹਦੇ ਵਿੱਚ ਉਤਰੀਆਂ ਹੈਗੀਆਂ, ਦੇ ਵਿਲ ਯੂਜ਼ देयर ਓਨ, ਉਹਨਾਂ ਨੇ ਆਪੇ ਗੇਜ ਕੀਤਾ ਹੋਇਆ ਕਿ ਕਮਿਊਨਿਟੀ ਦੀਆਂ ਨੀਡਸ ਕਿਹੜੀਆਂ ਤੇ ਉਹਦੇ ਵਿੱਚ ਇਹ ਪੈਸਾ ਲੱਗੇਗਾ। ਜੀ, ਹੁਣ ਜਦੋਂ ਪੂਰੀ ਕਮਿਊਨਿਟੀ ਦੀ ਗੱਲ ਹੁੰਦੀ ਹੈ ਤਾਂ ਹਰ ਇੱਕ ਦਾ ਮਾਈਂਡਸੈਟ ਹੈ ਜੋ ਵੱਖਰਾ ਹੁੰਦਾ ਹੈ। ਹਰ ਕੋਈ ਵੱਖਰਾ ਸੋਚਦਾ ਹੈ। ਹੁਣ ਇੱਕ ਭਾਈਚਾਰੇ ਵਿੱਚੋਂ ਜੇਕਰ ਕੁਝ ਵਿਅਕਤੀ ਨੇ ਇੱਕ ਥਾਂ ਤੋਂ ਕਿਤੇ ਰੇਸਿਜ਼ਮ ਦੀ ਘਟਨਾ ਸਾਹਮਣੇ ਆਈ ਹੈ ਤਾਂ ਇਹ ਨਹੀਂ ਹੈਗਾ ਕਿ ਸਾਰੇ ਜਿਹੜੇ ਉੱਥੇ ਵਿਅਕਤੀ ਨੇ ਉਹ ਕੁਝ ਇਸ ਤਰ੍ਹਾਂ ਸੋਚਦੇ ਨੇ ਕਿ ਨਸਲੀ ਹਮਲੇ ਕਰਦੇ ਨੇ, ਨਸਲੀ ਟਿੱਪਣੀਆਂ ਕਰਦੇ ਨੇ। ਉਹ ਇੱਕ ਇੰਡੀਵਿਜੂਅਲ ਦੇ ਬਾਰੇ ਮਾਮਲਾ ਸਾਹਮਣੇ ਆਉਂਦਾ ਹੈ ਕਿ ਇੰਡੀਵਿਜੂਅਲ ਦਾ ਉਹ ਮਾਈਂਡਸੈਟ ਹੈ। ਉਹ ਜਿਹੜਾ ਸੈਟ ਹੈ ਉਹਨੂੰ ਚੇਂਜ ਕਰਨਾ, ਇੱਕ ਇੱਕ ਬੰਦੇ ਤੱਕ ਪਹੁੰਚਣਾ, ਉਸਨੂੰ ਦੱਸਣਾ ਕਿ ਕਿਸ ਤਰ੍ਹਾਂ ਹਿਊਮੈਨਿਟੀ ਦੇ ਬਾਰੇ ਸੋਚਣਾ ਤੇ ਫਿਰ ਰੇਸਿਜ਼ਮ ਇਹ ਬਿਲਕੁਲ, ਜਾਂ ਫਿਰ ਉਹਨੂੰ ਲਾਅ ਦੇ ਨਾਲ ਜਾ ਕੇ ਸਮਝਾਉਣਾ ਕਿ ਇਹ ਬਿਲਕੁਲ ਇਲੀਗਲ ਹੈ, ਕਿ ਉਹਨੂੰ ਕਾਫੀ ਸਖਤ ਐਕਸ਼ਨਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਤੋਂ ਬਾਅਦ ਜੋ ਉਹਨਾਂ ਨੇ ਇੱਕਦਮ ਮਨ ਵਿੱਚ ਆਇਆ ਉਹ ਹਮਲਾ ਕਰ ਦਿੰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਅਦ ਵਿੱਚ ਉਹਨਾਂ ਨੂੰ ਕਿਹੋ ਜਿਹੀ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਉਹਨਾਂ ਦਾ ਮਾਈਂਡਸੈਟ ਇਹੋ ਜਿਹਾ ਹੈਗਾ ਵੀ ਹੈ ਤਾਂ ਉਹਨਾਂ ਦੇ ਮਨ 'ਚ ਇੱਕ ਡਰ ਹੋਵੇ ਕਿ ਇਹੋ ਜਿਹਾ ਐਕਸ਼ਨ ਲੈਣ ਹੀ ਨਾ। ਤਾਂ ਕੀ ਇਹ ਅਵੇਅਰਨੈਸ ਦੀ ਕਮੀ ਹੈ? ਜੀ ਬਿਲਕੁਲ, ਮੈਂ ਕਹੂੰਗੀ ਕਿ ਜਿਹੜਾ ਰੇਸਿਜ਼ਮ ਹੈ ਤੁਹਾਡੇ ਸਿਸਟਮ 'ਚ, ਮੈਂ ਜਦ ਕਹਿੰਦੀ ਹਾਂ ਕਿ ਰੇਸਿਜ਼ਮ ਬੜਿਆ ਹੋਇਆ ਹੈ ਕਿ ਅਚੇਤ ਤੌਰ ਤੇ ਇਟ ਇਜ਼ ਨਾਟ ਇਵਨ ਔਨ ਯੋਰ ਕੌਨਸ਼ੀਅਸ ਲੈਵਲ, ਪਰ ਤੁਸੀਂ ਆਪਣੇ ਮਨ 'ਚ ਇੱਕ ਰੱਖਿਆ ਹੋਇਆ ਕਿ ਇਹ ਜਿਹੜੀ
ਕੋਈ ਜਿਹੜਾ ਮੈਂ ਕ੍ਰਾਈਸਿਸ ਦਾ ਸਾਹਮਣਾ ਕਰ ਰਿਹਾ ਇਹਦੇ ਲਈ ਇਹ ਬੰਦਾ ਜ਼ਿੰਮੇਵਾਰ ਹੈ। ਜਦ ਅਸੀਂ ਜਾਣਦੇ ਹਾਂ ਕਿ 9/11 ਹੋਇਆ ਸੀਗਾ, ਇੱਕ ਮੁਸਲਮਾਨਾਂ ਦੇ ਉੱਤੇ ਪੂਰਾ ਅਟੈਕ ਹੋ ਗਿਆ ਸੀਗਾ, ਕਿ ਉਹਨਾਂ ਨੇ ਬਹੁਤ ਜ਼ਿਆਦਾ ਨਸਲੀ ਹਮਲਿਆਂ ਦਾ ਸਾਹਮਣਾ ਕੀਤਾ। ਇੱਕ ਉਹਦੇ ਲਈ ਸਾਰੇ ਮੁਸਲਮਾਨ ਨਹੀਂ ਸੀਗੇ ਦੋਸ਼ੀ ਫॉर 9/11, ਬਟ ਵਾਈ ਦਿਸ ਕਾਈਂਡ ਆਫ ਸਾਡੇ ਦਿਮਾਗ 'ਚ ਆਈਡੀਆ ਕਿਉਂ ਆਵੇ ਕਿ ਇੱਕ ਕੌਮ ਹੀ ਇੱਕ ਚੀਜ਼ ਲਈ ਜ਼ਿੰਮੇਵਾਰ ਹੈਗੀ ਹੈ। ਫॉर ਕੋਵਿਡ ਆਈ ਫਾਈਂਡ ਇਟ ਵੈਰੀ ਮੈਨੂੰ ਦੁੱਖ ਲੱਗਦਾ ਹੈ ਦੇਖ ਕੇ, ਕਿਉਂਕਿ ਕੋਵਿਡ ਇੱਕ ਦੇਸ਼ ਤੋਂ ਸ਼ੁਰੂ ਹੋਇਆ ਸੀਗਾ ਤੇ ਅਸੀਂ ਇੱਕ ਭਾਈਚਾਰੇ ਨੂੰ ਹੀ ਪੂਰਾ ਟਾਰਗੇਟ ਕਰਨ ਲੱਗ ਗਏ। ਸੋ ਆਈ ਥਿੰਕ ਕਿ ਅਵੇਅਰਨੈਸ ਦੀ ਕਮੀ ਹੈ, ਔਰ ਅੰਦਰ ਕਿਤੇ ਨਾ ਕਿਤੇ ਜਿਹੜੇ ਇਹ ਲੋਕ ਹੈ ਉਹਨਾਂ ਵਿੱਚ ਰੇਸਿਸਟ ਭਾਵਨਾ ਭਰੀ ਹੋਈ ਹੈ। ਜੋ ਐਜੂਕੇਟਿਡ ਹੋਣਗੇ, ਜਿਹੜਾ ਐਜੂਕੇਟਿਡ ਬੰਦਾ ਹੈ, ਜਿਹੜਾ ਪੂਰਾ ਅਵੇਅਰ ਹੈਗਾ, ਉਹ ਇਹ ਘਟਨਾ ਨਹੀਂ ਕਰ ਰਿਹਾ ਹੈਗਾ। ਕਿਤੇ ਨਾ ਕਿਤੇ ਸਿਸਟਮ ਹੈਜ਼ ਫੇਲਡ them ਕਿ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਆਈ ਹੈਗੀ। ਬੇਸ਼ੱਕ ਉਹ ਸਾਡੇ ਐਜੂਕੇਸ਼ਨ ਸਿਸਟਮ 'ਚ ਹੋਵੇ ਜਾਂ ਕਮਿਊਨਿਟੀ ਆਰਗੇਨਾਈਜੇਸ਼ਨਸ ਵਿੱਚ ਹੋਵੇ, ਕਿਤੇ ਕਮੀ ਰਹਿ ਗਈ ਹੈ। ਹਾਲਾਂਕਿ ਕੈਨੇਡਾ ਨੂੰ ਜੇ ਅਸੀਂ ਬਾਕੀ ਮੁਲਕਾਂ ਦੇ ਮੁਕਾਬਲੇ ਦੇਖੀਏ ਤੇ ਇੱਥੇ ਤਾਂ ਇਹ ਵੀ ਨਹੀਂ ਹੈਗਾ ਕਿ ਇਟਸ ਨਾਟ ਅ ਡਿਵਰਸ ਕਮਿਊਨਿਟੀ। ਇੱਥੇ ਤਾਂ ਇੰਨੀ ਤਰ੍ਹਾਂ ਦੇ ਲੋਕ ਰਹਿੰਦੇ ਆ, ਅਸੀਂ ਕਿੰਨੀ ਤਰ੍ਹਾਂ ਦੇ ਲੋਕੀ ਖਾਣਾ ਖਾਂਦੇ ਆ, ਕਿੰਨੀ ਤਰ੍ਹਾਂ ਦੇ ਪਹਿਰਾਵੇ ਆ, ਕਿੰਨੀ ਤਰ੍ਹਾਂ ਦੇ ਫੈਸਟੀਵਲਸ ਮਨਾਏ ਜਾ ਰਹੇ ਆ, ਬਟ ਸਟਿਲ ਸਮਥਿੰਗ ਇਜ਼ ਲੈਕਿੰਗ ਐਂਡ ਦੈਟਸ ਵਾਟ ਵੀ ਰੀਅਲੀ ਹੈਵ ਟੂ ਫਾਈਂਡ ਆਊਟ ਕਿ ਉਹ ਕੀ ਚੀਜ਼ ਹੈ। ਐਜੂਕੇਸ਼ਨ ਵਿੱਚ ਹੈ ਕਿ ਸਾਨੂੰ ਕਰਿਕੂਲਮ 'ਚ ਲਿਆਉਣਾ ਪਏਗਾ, ਔਰ ਉਹਦੀ ਕੋਸ਼ਿਸ਼ ਜਾਰੀ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਇੰਡੀਜਨਸ ਲੋਕਾਂ ਨਾਲ ਜਿਹੜੀ ਵਧੀਕੀਆਂ ਹੋਈਆਂ, ਜਾਂ ਸਾਡੇ ਲੋਕਾਂ ਨਾਲ ਜਿਹੜਾ ਕਾਮਾਗਾਟਾ ਮਾਰੂ ਵਰਗੀ ਵਧੀਕੀ ਹੋਈ ਹੈ, ਜਾਂ ਚਾਈਨੀਜ਼ ਹੈਡ ਟੈਕਸ ਹੋਇਆ, ਉਹ ਹੁਣ ਸਾਡੇ ਕਰਿਕੂਲਮ 'ਚ ਪੜ੍ਹਾਉਣਾ ਸ਼ੁਰੂ ਹੋ ਗਿਆ। ਸਾਡੇ ਬੱਚੇ ਜਾਣੂ ਹੈ ਉਸ ਚੀਜ਼ ਦੇ। ਜਿਹੜਾ ਮੇਰਾ ਬੱਚਾ ਸਕੂਲ ਤੋਂ ਆਉਂਦਾ ਉਹ ਦੱਸਦਾ ਮੈਨੂੰ ਕਿ ਕਾਮਾਗਾਟਾ ਮਾਰੂ ਹੋਇਆ ਸੀਗਾ, ਜਾਂ ਇੰਡੀਜਨਸ ਲੋਕਾਂ ਨਾਲ ਕਿੰਨੀਆਂ ਤਰਾਸਦੀਆਂ ਹੋਈਆਂ। ਸੋ ਆਈ ਥਿੰਕ ਇਟ ਇਜ਼ ਨਾਟ ਸਮਥਿੰਗ, ਇਹਦੀ ਕੋਈ ਇੱਕ ਰੈਸਿਪੀ ਨਹੀਂ ਹੈਗੀ ਹੈ ਪਰਨੀਤ। ਇਹਦੇ ਲਈ ਇੱਕ ਬਹੁਤ ਜ਼ਿਆਦਾ ਕਮਿਊਨਿਟੀ ਹੈਜ਼ ਟੂ ਗੈਟ ਟੂਗੇਦਰ, ਗਵਰਨਮੈਂਟਸ ਹੈਵ ਟੂ ਗੈਟ ਟੂਗੇਦਰ, ਪਰ ਸਭ ਤੋਂ ਜ਼ਿਆਦਾ ਹੈਗਾ ਕਿ ਕਮਿਊਨਿਟੀ ਵਿੱਚ ਉਹ ਅਵੇਅਰਨੈਸ ਆਵੇ। ਉਹ ਜ਼ਿਆਦਾ ਜਿਹੜੀ ਇੱਛਾ ਹੈ ਕਿ ਵੀ ਆਰ ਸਟੈਂਡਿੰਗ ਟੂਗੇਦਰ, ਵੀ ਵੋਂਟ ਲੈਟ ਦਿਸ ਇੰਪੈਕਟ ਅਸ, ਉਹ ਚੀਜ਼ ਦੀ ਉਹ ਜਿਹੜੀ ਭਾਈਵਾਲਤਾ ਹੈ ਉਹ ਅਸੀਂ ਲਿਆਉਣਾ ਚਾਹੁੰਦੇ ਹਾਂ। ਪਰ ਜਿਹੜੀ ਸਿਸਟਮ ਵਿੱਚ ਜਿਹੜੇ ਨੁਕਸ ਹੈਗੇ ਹੈ ਉਹ ਵੀ ਸਾਡਾ ਇਟ ਬਿਕਮਸ ਇੰਪੈਰੇਟਿਵ ਦੈਟ ਵੀ ਕੁਐਸਚਨ ਦੈਮ ਐਜ਼ ਵੈਲ। ਜੀ, ਤੇ ਫਿਰ ਜਿਵੇਂ ਹੁਣ ਵੱਖਰੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਤਾਂ ਇਹ ਤਾਂ ਚਲੋ ਕੋਵਿਡ-19 ਹੋਇਆ, ਜਾਂ ਫਿਰ ਕਦੇ ਕੋਈ ਹੋਰ ਘਟਨਾ ਘਟ ਜਾਂਦੀ ਹੈ, ਕਿਸੇ ਪਰਿਵਾਰ ਨਾਲ ਦਿੱਕਤ, ਰਾਜਨੀਤਿਕ ਕ੍ਰਾਈਮ ਸੀਨ ਹੁੰਦਾ ਹੈ, ਉੱਥੇ ਜਿਹੜੇ ਪੀੜਤ ਵਿਕਟਮ ਹੁੰਦੇ ਨੇ, ਪਰਿਵਾਰ ਹੁੰਦਾ, ਉਹਨੂੰ ਵਿਕਟਮ ਸਰਵਿਸ ਦਿੱਤੀ ਜਾਂਦੀ ਹੈ, ਮੈਂਟਲੀ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਜਿਹੜਾ ਕੁਝ ਦਿਨ ਪਹਿਲਾਂ ਜਦੋਂ ਕੋਵਿਡ-19 ਹਜੇ ਸ਼ੁਰੂ ਹੀ ਹੋਇਆ ਸੀ ਆਪਣੇ ਕੈਨੇਡਾ ਦੇ ਵਿੱਚ, ਤਾਂ ਫਿਰ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਕਿੰਗ ਜਾਰਜ ਸਟੇਸ਼ਨ ਦੇ ਉੱਤੇ ਇੱਕ ਵਿਅਕਤੀ ਉਤਰਿਆ, ਜੋ ਕਿ ਵੈਨਕੂਵਰ ਤੋਂ ਵਿੱਚ ਉਸਨੇ ਜਿਹੜਾ ਉਸ ਸਕਾਈਟ੍ਰੇਨ ਦੇ ਵਿੱਚ ਇੱਕ ਕਾਫੀ ਯੰਗ ਲੇਡੀ ਸੀ ਜਿਸ ਦੇ ਉੱਤੇ ਅਟੈਕ ਕੀਤਾ, ਤੇ ਉਸ ਸਮੇਂ ਜਿਹੜਾ ਉਹ ਕਮੈਂਟਸ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਤੁਹਾਡੇ ਲੋਕਾਂ ਕਰਕੇ ਮੇਰੀ ਬੇਟੀ ਬਿਮਾਰ ਹੋਈ ਹੈ। ਯਾਨੀ ਕਿ ਜੇ ਉਸਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਵਿਡ-19 ਹੋਇਆ, ਉਹ ਮੈਂਟਲੀ ਇੰਨਾ ਸਟ੍ਰੈਸ ਵਿੱਚ ਆਇਆ ਕਿ ਉਸਨੇ ਇਹ ਵੀ ਨਹੀਂ ਦੇਖਿਆ ਕਿ ਕੋਈ ਕਿਵੇਂ ਉਹ ਉਸ ਯੰਗ ਲੇਡੀ ਦੇ ਉੱਤੇ ਅਟੈਕ ਕੀਤਾ ਉਹਨੇ। ਉੱਥੇ ਕੋਈ ਉਹਨਾਂ ਨੂੰ ਵਿਕਟਮ ਸਰਵਿਸ ਜਾਂ ਪਰਿਵਾਰ ਨੂੰ ਮੈਂਟਲੀ ਇਸ ਚੀਜ਼ ਤੇ ਬਣਾਉਣ ਲਈ ਕਿ ਕਿਸੇ ਪਰਟੀਕੂਲਰ ਬੰਦੇ ਦਾ ਕਸੂਰ ਨਹੀਂ ਜੇ ਕਿ ਤੁਸੀਂ ਬਿਮਾਰ ਹੋਏ ਹੋ, ਤਾਂ ਐਸਾ ਕੁਝ ਹੈ ਨਹੀਂ। ਬਿਲਕੁਲ, ਜਦੋਂ ਵੀ ਹੁਣ ਸਾਡੇ ਲੀਡਰਸ ਜਦ ਵੀ ਗੱਲ ਕਰਦੇ ਹੈਗੇ ਆ, ਜੇ ਤੁਸੀਂ ਹੁਣ ਕਦੀ ਪ੍ਰੀਮੀਅਰ ਹਾਰਗਨ ਨੂੰ ਲੈ ਕੇ ਦੇਖੋ, ਉਹਨਾਂ ਨੇ ਆਪਣੀ ਬਹੁਤ ਜ਼ਿਆਦਾ ਚਿੰਤਾ ਦਿਖਾਈ ਹੈ ਕਿ ਜਦੋਂ ਕੋਵਿਡ-19 ਨੂੰ ਲੈ ਕੇ ਅਸੀਂ ਆਪਣਾ ਗੁੱਸਾ ਕੱਢ ਰਹੇ ਹਾਂ ਇੱਕ ਭਾਈਚਾਰੇ ਦੇ ਉੱਤੇ, ਉਹਦੇ ਵਿੱਚੋਂ ਉਸ ਭਾਈਚਾਰੇ ਦੇ ਲੋਕ ਆਪ ਕਿੰਨੇ ਜ਼ਿਆਦਾ ਇੰਪੈਕਟ ਹੋਏ, ਰਾਈਟ? ਵੀ ਫੋਰਗੇਟ ਦੈਟ, ਰਾਈਟ? ਇਹ ਜਦ ਇੱਕ ਤਰਾਸਦੀ ਆਉਂਦੀ ਹੈ, ਇੱਕ ਕਮਿਊਨਿਟੀ ਤੇ ਨਹੀਂ ਆ ਰਹੀ ਹੈ, ਸਾਰੇ ਹੁਣ ਕੈਨੇਡਾ ਪੂਰਾ ਗਲੋਬ ਇਸ ਚੀਜ਼ ਨਾਲ ਡੀਲ ਕਰ ਰਿਹਾ ਹੈਗਾ। ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਪਰਨੀਤ, ਇਟ ਇਜ਼ ਨਾਟ ਜਸਟ ਵਨ ਇੰਡੀਵਿਜੂਅਲ ਐਕਟਿੰਗ ਇਨ ਦੈਟ ਵੇ। This is just the psyche that they have, that they ਉਹਨਾਂ ਨੇ ਆਪਣੇ ਮਨ 'ਚ ਠਾਣ ਲਿਆ ਕਿ ਇਹ ਇੱਕ ਕਮਿਊਨਿਟੀ ਉਸ ਚੀਜ਼ ਲਈ ਜ਼ਿੰਮੇਵਾਰ ਹੈ ਜਾਂ ਉਹਨੂੰ ਬਲੇਮ ਕਰ ਰਹੇ ਹੈਗੇ। ਸੋ ਦਿਸ ਇਜ਼ ਮੈਂ ਸੋਚਦੀ ਹਾਂ ਕਿ ਲੀਡਰਸ਼ਿਪ ਤਾਂ ਹੁਣ ਸਾਰੇ ਜਿਹੜੇ ਲੀਡਰਸ ਹੈ, ਮੈਂ ਕਹੂੰਗੀ ਕੈਨੇਡਾ ਨੇ ਆਪਣੀ ਲੀਡਰਸ਼ਿਪ 'ਚ ਕੋਈ ਪ੍ਰੋਬਲਮ ਨਹੀਂ ਦਿਖਾਈ। ਉਹ ਬਹੁਤ ਜ਼ਿਆਦਾ ਜਦ ਵੀ ਬਿਗੇਟਰੀ ਹੈਗੀ ਹੈ ਜਾਂ ਹੇਟ ਕ੍ਰਾਈਮਸ ਹੁੰਦੇ ਹੈ, ਉਹਨੂੰ ਬਹੁਤ ਸਟਰੋਂਗਲੀ ਉਹ ਹੈਂਡਲ ਕਰਦੇ ਹੈ, ਤੇ ਉਹਦਾ ਬਹੁਤ ਹੀ ਉਹਨੂੰ ਸਟਰੋਂਗਲੀ ਕੰਡੈਮ ਕੀਤਾ ਜਾਂਦਾ। ਬੇਸ਼ੱਕ ਉਹ ਪ੍ਰੋਵਿੰਸ਼ੀਅਲ ਲੈਵਲ ਤੇ ਜੌਨ ਹਾਰਗਨ ਕਰ ਰਹੇ ਹੈ ਜਾਂ ਫੈਡਰਲ ਲੈਵਲ ਤੇ ਜਸਟਿਨ ਟਰੂਡੋ ਕਰ ਰਹੇ ਹੈ, ਪਰ ਇਹ ਕਿ ਜਿਹੜਾ ਸਿਸਟਮ ਦੇ ਵਿੱਚ ਹੈ, ਦੈਟਸ ਵਾਟ ਲਾਈਕ ਉਹ ਬੰਦੇ ਦੇ ਦਿਮਾਗ 'ਚ ਖਿਆਲ ਹੀ ਕਿਵੇਂ ਆਇਆ? ਬੇਸ਼ੱਕ ਹੀ ਇਜ਼ ਅਪਸੈਟ। ਮੇਰੇ ਘਰ 'ਚ ਆਈ ਐਮ ਇੰਪੈਕਟਡ ਬਾਈ ਕੋਵਿਡ-19, ਮੇਰੇ ਦਿਮਾਗ 'ਚ ਕਿਉਂ ਨਹੀਂ ਖਿਆਲ ਆ ਰਿਹਾ ਹੈਗਾ ਕਿ ਜਸਟ ਰੈਂਡਮਲੀ ਕਿਸੇ ਬੰਦੇ ਤੇ ਅਟੈਕ ਕਰਨਾ? ਇੱਕ ਬੰਦੇ ਦੇ ਕਿਉਂ ਆ ਰਿਹਾ ਹੈਗਾ? So that's where we have to question the system ਕਿ ਅਸੀਂ ਕਿਵੇਂ ਦਾ ਅਸੀਂ ਆਸ-ਪਾਸ ਮਾਹੌਲ ਰੱਖਿਆ ਹੋਇਆ ਕਿ ਰੇਸਿਜ਼ਮ ਕਿਵੇਂ ਸਾਡੀ ਜਿਵੇਂ ਨਸਾਂ ਵਿੱਚ ਵੜਿਆ ਹੋਇਆ ਕਿ ਕੋਈ ਜ਼ਰਾ ਜਿਹਾ ਕ੍ਰਾਈਸਿਸ ਆਇਆ ਅਸੀਂ ਐਵੇਂ ਬੁਖਲਾ ਗਏ ਔਰ ਅਸੀਂ ਅਟੈਕ ਕਰਨਾ ਸ਼ੁਰੂ ਕਰਤਾ ਉਹ ਲੋਕਾਂ ਤੇ ਜਿਹੜੇ ਜ਼ਿੰਮੇਵਾਰ ਵੀ ਨਹੀਂ ਹੈਗੇ। ਸੋ ਦੈਟਸ ਵੇਅਰ ਇਟ ਇਜ਼ ਇੰਪੋਰਟੈਂਟ ਕਿ ਜਿਹੜਾ ਪੂਰੇ ਰੇਸਿਜ਼ਮ ਦੀ ਜਿਹੜੀ ਇੱਕ ਸੋਚ ਹੈ ਉਹਨੂੰ ਕੁਐਸਚਨ ਕਰਨ ਦਾ,
ਅੱਜ ਉਹ COVID-19 ਦੇ ਜ਼ਰੀਏ ਤੋਂ ਸਾਨੂੰ ਨਜ਼ਰ ਆ ਰਹੀ ਹੈ। ਬਲੈਕ ਲਾਈਵ ਜਿਹੜਾ ਜਾਰਜ ਫਲੋਇਡ ਦਾ ਕਤਲ ਹੁੰਦਾ ਅਮਰੀਕਾ ਵਿੱਚ, ਜਿਹੜੀ ਇੱਕ ਪੂਰੀ ਮੂਵਮੈਂਟ ਨਜ਼ਰ ਆਉਂਦੀ ਹੈ, that is also ਇੱਕ ਰੇਸਿਜ਼ਮ ਹੈ ਜਿਹੜੀ ਉਹ ਕਮਿਊਨਿਟੀ ਕਦੋਂ ਤੋਂ ਹੰਢਾ ਰਹੀ ਹੈਗੀ ਹੈ। ਇੱਕ ਗਰੀਬ ਬੰਦਾ ਅੱਜ ਉਹਦਾ ਵੀਡੀਓ ਵਾਇਰਲ ਹੋ ਗਿਆ ਤੇ ਉਹ ਚੀਜ਼ ਇੰਨੀ ਉਹਦੀ ਹਾਹਾਕਾਰ ਮਚ ਗਈ, ਪਰ ਉਹ ਕਮਿਊਨਿਟੀ ਵੀ ਕਦੋਂ ਤੋਂ ਇਹਨਾਂ ਚੀਜ਼ਾਂ ਨਾਲ ਲੜ ਰਹੀ ਹੈ। ਕਿੰਨੀ ਤਰ੍ਹਾਂ ਦੀ ਸਿਵਲ ਰਾਈਟ ਮੂਵਮੈਂਟਸ ਆਈਆਂ ਉਹਨਾਂ ਦੀਆਂ। ਤੇ you have to understand the racism in the whole perspective and how we need to address it, and ਔਰ ਅਸੀਂ ਸਿਵਲ ਸੁਸਾਇਟੀ ਦੀ ਮਦਦ ਤੋਂ ਬਿਨਾਂ ਨਹੀਂ ਕਰ ਸਕਾਂਗੇ। ਇਹ ਕੋਈ ਸਰਕਾਰਾਂ ਜਿੰਨੇ ਮਰਜ਼ੀ ਕਾਨੂੰਨ ਲੈ ਕੇ ਆਉਣ, ਜਿੰਨੀ ਸਰਕਾਰਾਂ ਇਹ ਮਦਦ ਕਰ ਸਕਦੀਆਂ ਕਿ they take a strong stand and they provide the funding and they open the doors for that dialogue and to bring it that systemic change, ਪਰ ਜਿਹੜੀ change ਹੈ ਉਹ ਸਿਵਲ ਸੁਸਾਇਟੀ ਵੱਲੋਂ ਆਏਗੀ। ਬਿਲਕੁਲ, ਜਿਵੇਂ ਜਿਹੜੀ ਮੈਂ ਗੱਲ ਕੀਤੀ ਸੀ ਕਿ ਐਗਜ਼ਾਮਪਲ ਦੇ ਕੇ ਕੀਤੀ ਸੀ ਕਿ ਜਿਵੇਂ ਆਮ ਨਹੀਂ ਹੁੰਦਾ ਕਿ ਉਹ ਸ਼ਾਇਦ ਉਹ ਮੈਂਟਲ ਹੈਲਥ ਉਸਦੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੋਵੇ ਕਿ ਉਹ ਨਹੀਂ ਕੰਟਰੋਲ ਕਰ ਪਾਇਆ, ਤਾਂ ਇਸ ਨੂੰ ਲੈ ਕੇ ਜਦੋਂ ਤੋਂ COVID-19 ਨੂੰ ਲੈ ਕੇ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਰਹੀਆਂ ਨੇ, ਤਾਂ ਮੈਂਟਲ ਹੈਲਥ ਨੂੰ ਲੈ ਕੇ ਵੀ ਸਪੋਰਟ ਕਰਨ ਦੇ ਵਾਸਤੇ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ। ਪਰ ਮੈਂ ਦੇਖ ਉਸ ਚੀਜ਼ ਨਾਲ ਕਿ ਬਾਰ-ਬਾਰ ਜਿਹੜੀਆਂ ਚੀਜ਼ਾਂ ਦੇ ਵਾਸਤੇ ਅਵੇਅਰਨੈਸ ਹੋ ਰਹੀ ਹੈ, ਜਿਹੜੀਆਂ ਚੀਜ਼ਾਂ ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ, ਮੈਂਟਲ ਹੈਲਥ ਨੂੰ ਉਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ, ਜਦਕਿ ਉਹ ਸਭ ਤੋਂ ਜ਼ਿਆਦਾ ਅਹਿਮ ਹੈ। ਇੱਕ ਮੈਂਟਲ ਹੈਲਥ ਹੀ ਹੈ ਜੋ ਇੱਕ ਬੰਦੇ ਨੂੰ ਕ੍ਰਿਮੀਨਲ ਵੀ ਬਣਾ ਸਕਦੀ ਹੈ। ਵਾਇਲੈਂਸ ਵੀ ਜੋ ਹੁੰਦੀ ਹੈ ਮੈਂਟਲ ਹੈਲਥ ਦੇ ਉੱਤੇ ਅਗਰ ਦੇਖਿਆ ਜਾਵੇ, ਤਾਂ ਹੁਣ COVID-19 ਜਦੋਂ ਤੋਂ ਸ਼ੁਰੂ ਹੋਇਆ ਲੋਕ ਘਰਾਂ ਦੇ ਵਿੱਚ ਨੇ, ਤਾਂ ਕਾਫੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਵੀ ਇਹੋ ਜਿਹੇ ਜੋ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਸਮਝ ਰਹੇ ਨੇ ਲੋਕ, ਪਰ ਉਹ ਫਿਰ ਵੀ ਮਾਨਸਿਕ ਤੌਰ ਤੇ ਕਿਤੇ ਨਾ ਕਿਤੇ ਹੈਗੇ ਨੇ ਬਿਮਾਰ। ਉਹ ਉਹਨਾਂ ਦੀਆਂ ਜੋ ਰੋਜ਼ ਦੀਆਂ ਹੈਬਿਟਸ ਨੇ ਉਹਨਾਂ ਤੋਂ ਪਤਾ ਲੱਗ ਸਕਦਾ ਹੈ, ਪਰ ਕਈ ਜ਼ਿਕਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਮੈਨੂੰ ਬਿਮਾਰ ਕਿਹਾ ਜਾਊਗਾ, ਜਾਂ ਫਿਰ ਉਹ ਡਰਦੇ ਨੇ ਇਸ ਚੀਜ਼ ਤੋਂ ਗੱਲ ਕਰਨ। ਬਿਲਕੁਲ ਤੁਸੀਂ ਜਿਹੜਾ ਮੈਂਟਲ ਹੈਲਥ ਦਾ ਇਸ਼ੂ ਲੈ ਕੇ ਆਏ ਹੋ, ਇਟਸ ਵੈਰੀ ਇੰਪੋਰਟੈਂਟ ਇਸ਼ੂ। ਤੇ ਮੈਂਟਲ ਹੈਲਥ ਨਾਲ ਜਿਹੜਾ ਸਟਿਗਮਾ ਜੁੜਿਆ ਹੋਇਆ ਉਹ ਵੀ ਇੱਕ ਰਿਐਲਿਟੀ ਹੈਗਾ। ਇਹ ਨਹੀਂ ਹੈ ਕਿ ਰਿਸੋਰਸਿਸ ਹੈ ਨਹੀਂ। ਕੱਲ ਹੀ ਤੁਸੀਂ ਜਾਣਦੇ ਹੋ ਕਿ ਸਾਡੀ ਸਰਕਾਰ ਨੇ 10.5 ਮਿਲੀਅਨ ਦੀ ਫੰਡਿੰਗ ਅਲਾਟ ਕੀਤੀ ਹੈ ਮੈਂਟਲ ਹੈਲਥ ਲਈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜਿਹੜੀ ਓਵਰਡੋਜ਼ ਡੈਥਸ ਕਿੰਨੀਆਂ ਜ਼ਿਆਦਾ ਹੋਈਆਂ। ਔਰ ਜਿਹੜੇ ਮੈਂਟਲ ਹੈਲਥ ਦੀ ਬਿਲਕੁਲ ਵਿਦ ਅ ਕ੍ਰਾਈਸਿਸ ਲੋਕਾਂ ਦੀ ਮੈਂਟਲ ਹੈਲਥ ਜ਼ਿਆਦਾ ਖਰਾਬ ਹੁੰਦੇ। ਇੱਕ ਤਾਂ ਜਿਹੜੇ ਲੋਕੀ ਆਲਰੇਡੀ ਮੈਂਟਲ ਹੈਲਥ ਦੇ ਜਿਹੜੇ ਮੈਂਟਲ ਹੈਲਥ ਦੇ ਰੋਗੀ ਹੈਗੇ ਹੈ ਉਹਨਾਂ ਨੂੰ ਵੀ, ਪਰ ਜਿਹੜੇ ਆਮ ਲੋਕ ਵੀ ਹੈਗੇ ਹੈ with this crisis their mental health has been affected as well. So there are resources, Parneet, there's no doubt, and the government is putting the resources, ਪਰ ਜਿਹੜੀ ਤੁਸੀਂ ਬਹੁਤ ਜ਼ਰੂਰੀ ਗੱਲ ਕੀਤੀ ਹੈ ਉਹ ਹੈ ਸਟਿਗਮਾ ਦੀ। ਬਹੁਤ ਵਾਰੀ ਅਸੀਂ ਐਕਨੋਲੇਜ ਹੀ ਨਹੀਂ ਕਰਦੇ ਕਿ ਸਾਨੂੰ ਮੈਂਟਲ ਹੈਲਥ ਇਸ਼ੂਜ਼ ਹੈ। ਅਸੀਂ ਇਹ ਸੋਚਦੇ ਹਾਂ we are doing that blame game, ਨਹੀਂ ਮੈਨੂੰ ਪ੍ਰੋਬਲਮ ਨਹੀਂ ਹੈਗੀ ਬਿਕੋਜ਼ that ਕੋਵਿਡ ਹੋ ਗਿਆ ਤਾਂ ਕਰਕੇ ਮੈਂ ਅਪਸੈਟ ਹੈਗਾ, ਜਾਂ ਇਹ ਚੀਜ਼ ਹੈ ਉਹ ਬੰਦੇ ਨੇ ਮੈਨੂੰ ਇਹ ਕਹਿਤਾ ਤਾਂ ਕਰਕੇ ਮੈਂ ਅਪਸੈਟ ਹਾਂ। We are always doing that blame game also, and a lot of time in our own ਭਾਈਚਾਰਾ we are not taking mental health seriously. ਅਜੇ ਵੀ ਬਹੁਤ ਸਾਨੂੰ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਇੱਕ ਮੈਂਟਲ ਹੈਲਥ ਦੀ, ਜਾਂ ਕਾਉਂਸਲਿੰਗ ਲੈਣ ਦੀ, ਜਾਂ ਕਿਸੇ ਤਰ੍ਹਾਂ ਦੀ ਵੀ ਸਾਈਕੈਟ੍ਰਿਕ ਹੈਲਪ ਲੈਣ ਦੀ। ਸਾਨੂੰ ਲੱਗਦਾ ਕਿ ਪਤਾ ਨਹੀਂ ਲੋਕੀ ਮੈਨੂੰ ਕੀ ਕਹਿਣਗੇ। ਸਾਨੂੰ ਕੋਈ ਡਰ ਨਹੀਂ ਲੱਗਦਾ ਕਿ ਡਾਕਟਰ ਕੋਲ ਆਪਣੀ ਫਿਜ਼ੀਓਲੋਜੀਕਲ ਹੈਲਥ ਲਈ ਜਾਣ ਲਈ, ਪਰ ਜਿੱਥੇ ਮੈਂਟਲ ਹੈਲਥ ਦੀ ਗੱਲ ਆ ਜਾਂਦੀ ਹੈ ਹਾਊ ਦ ਸੋਸਾਇਟੀ ਵਿਲ ਲੁੱਕ ਐਟ ਅਸ, ਹਾਊ ਆਈਲ ਵੀ ਮੇਰੇ ਤੇ ਸਟਿਗਮਾ ਲੱਗ ਜਾਏਗਾ, ਮੇਰੇ ਪਰਿਵਾਰ ਤੇ ਸਟਿਗਮਾ ਲੱਗ ਜਾਏਗਾ, ਲੋਕੀ ਵੀ ਨਹੀਂ ਬੋਲਦੇ। ਔਰ ਸੇਮ ਵਿਦ ਐਡਿਕਸ਼ਨਸ, ਅਸੀਂ ਉਸ ਚੀਜ਼ ਬਾਰੇ ਵੀ ਜ਼ਿਕਰ ਨਹੀਂ ਕਰਦੇ। ਤੇ ਉਹ ਵੀ ਇੱਕ ਪੂਰੀ ਮੂਵਮੈਂਟ ਬਣਾਉਣ ਦੀ ਲੋੜ ਹੈ, not just in South Asian ਭਾਈਚਾਰਾ but in the society as a whole. Resources are there, and if society demands more resources ਹੋਰ ਆਉਣਗੇ। ਜਿੱਥੇ ਗੈਪ ਸੀਗੇ ਉਹ ਫਿਲ ਕੀਤੇ ਜਾ ਰਹੇ ਹੈ ਰਿਸੋਰਸਿਸ ਦੇ, ਪਰ ਇਹ ਕਿ ਲੋਕੀ ਸਭ ਤੋਂ ਪਹਿਲਾਂ ਉਸ ਰਿਸੋਰਸਿਸ ਬਾਰੇ ਅਵੇਅਰ ਹੋਣ, ਉਹਨਾਂ ਨੂੰ ਅਵੇਲ ਕਰਨ ਤੇ ਹੋਰ ਅਵੇਅਰਨੈਸ ਵੀ ਲੈ ਕੇ ਆਉਣ। Mental health definitely is a very big issue in our communities. ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਅੰਤ ਵਿੱਚ? ਮੈਂ ਤਾਂ ਇਹੀ ਹੈ, ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਤੁਸੀਂ ਇਹ ਕੋਵਿਡ ਦੇ ਇੰਨੇ ਸੰਕਟ ਵਿੱਚ ਵੀ ਜਿਹੜੇ ਵੀ ਇੰਪੋਰਟੈਂਟ ਇਸ਼ੂਜ਼ ਹੈ ਉਹ ਲੈ ਕੇ ਆ ਰਹੇ ਹੋ ਆਪਣੇ ਵਿਊਅਰਸ ਦੇ ਅੱਗੇ, ਐਂਡ ਥੀਸ ਆਰ ਦ ਟੌਪਿਕਸ ਦੈਟ ਨੀਡ ਟੂ ਕੰਟੀਨਿਊ। ਰੇਸਿਜ਼ਮ ਜੇ ਅੱਜ ਫੰਡਿੰਗ ਮਿਲੀ ਹੈ, ਉਸ ਫੰਡਿੰਗ ਦੇ ਨਾਲ ਰੇਸਿਜ਼ਮ ਖਤਮ ਨਹੀਂ ਹੋ ਜਾਏਗਾ। ਇਟ ਇਜ਼ ਜਸਟ ਅ ਪ੍ਰੋਸੈਸ, ਗਵਰਨਮੈਂਟਸ ਆਰ ਟਰਾਈਂਗ, but this is a continuous process. It will ਸਦੀਆਂ ਦਾ racism ਇੱਕ ਸਾਲ ਵਿੱਚ ਜਾਂ 2 ਸਾਲ ਚ ਖਤਮ ਨਹੀਂ ਹੋਏਗਾ। It takes a whole movement to eliminate that, and the society needs to come together. Same with mental health. It is an issue that we really need to acknowledge and have to find out ways ਕਿ ਕਿਵੇਂ ਸਾਡੇ ਜਿਹੜੇ loved ones ਹੈ, ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਹਨਾਂ ਨੂੰ ਮਦਦ ਮਿਲ ਸਕੇ। ਤਾਂ ਤੁਹਾਡਾ ਵੀ ਬਹੁਤ ਸ਼ੁਕਰੀਆ। Thank you so much. Thank you.